ਤੀਜੇ ਫਿਰ ਸੰਤ ਹਨ। ਸੰਤਾਂ ਦੀ ਰਸਨਾ ਚੋਂ ਹਰ ਵਕਤ ਵਾਹ ਵਾਹ ਨਿਕਲਦਾ ਹੈ, ਹਰ ਵਕਤ ਵਾਹ ਵਾਹ। ਲੰਗਰ ਛਕਦੇ ਨੇ, ਵਾਹ ਵਾਹ। ਪਾਣੀ ਪੀਂਦੇ ਨੇ, ਵਾਹ ਵਾਹ। ਹਵਾ ਉਹਨਾਂ ਨੂੰ ਛੂੰਹਦੀ ਹੈ, ਕਹਿੰਦੇ ਨੇ ਵਾਹ ਵਾਹ। ਉਹ ਵਾਹ ਵਾਹ ਕਿਉਂ ਕਰਦੇ ਨੇ? ਕਾਰਨ ਕੀ? ਲੰਗਰ ਛਕ ਕੇ ਵਾਹ ਵਾਹ ਕੀਤਾ? ਨਹੀਂ, ਲੰਗਰ ਰੋਜ਼ ਛਕਦੇ ਹਾਂ, ਪਾਣੀ ਰੋਜ਼ ਪੀਂਦੇ ਹਾਂ, ਵਾਹ ਵਾਹ ਦੀ ਇਹਦੇ ਵਿੱਚ ਗੱਲ ਕੀ ਹੈ? ਹਵਾ ਰੋਜ਼ ਹੀ ਸਾਡੇ ਪਸੀਨੇ ਸੁਕਾਉਂਦੀ ਹੈ, ਇਹਦੇ ਵਿੱਚ ਵਾਹ ਵਾਹ ਕਰਨ ਦੀ ਲੋੜ ਕੀ ਹੈ? ਪਰ ਸੰਤ ਵਾਹ ਵਾਹ ਕਰਦਾ ਹੈ। ਇਹ ਬਹੁਤ ਪੁਰਾਣੀ ਗੱਲ ਹੈ। ਇੱਕ ਸੰਤ ਸਾਡੇ ਪਿੰਡ ਵਿੱਚ ਆਉਂਦਾ ਸੀ, ਰਹਿੰਦਾ ਸੀ ਅਲਵਰ ਡਿਸਟ੍ਰਿਕਟ ਵਿੱਚ ਹੀ, ਅਤੇ ਸਾਨੂੰ ਦੂਰੋਂ ਖਬਰ ਮਿਲ ਜਾਂਦੀ ਸੀ ਫਲਾਣਾ ਸੰਤ ਆ ਰਿਹਾ ਹੈ। ਦੂਰੋਂ ਖਬਰ ਇਸ ਕਰਕੇ ਮਿਲਦੀ ਸੀ ਕਿ ਉਹਦੀ ਰਸਨਾ ਚੋਂ ਵਾਹ ਵਾਹ ਦੀ ਧੁਨ ਚਲਦੀ ਰਹਿੰਦੀ ਸੀ, ਵਾਹ ਵਾਹ ਵਾਹ। ਅਸੀਂ ਸਮਝ ਜਾਂਦੇ ਸੀ ਫਲਾਣਾ ਸੰਤ ਆ ਰਿਹਾ ਹੈ। ਇੱਕ ਦਿਨ ਉਸ ਸੰਤ ਨੂੰ ਮੈਂ ਪੁੱਛ ਲਿਆ, ਸੰਤ ਜੀ ਇੱਕ ਗੱਲ ਦੱਸੋ, ਇਹ ਵਾਹ ਵਾਹ ਦੇ ਬੋਲ ਆਪ ਜੀ ਦੀ ਰਸਨਾ ਚੋਂ ਨਿਕਲਦੇ ਨੇ, ਇਹਦਾ ਕੁਝ ਕਾਰਨ? ਕਹਿਣ ਲੱਗੇ, ਗਿਆਨੀ ਜੀ ਪਹਿਲੀ ਗੱਲ ਤਾਂ ਇਹ ਕਿ ਮੇਰੀ ਰਸਨਾ ਚੋਂ ਨਹੀਂ ਨਿਕਲਦੇ, ਇਹ ਵਾਹ ਵਾਹ ਕਹਿਣ ਵਾਲਾ ਵੀ ਪਤਾ ਨਹੀਂ ਕੌਣ ਹੈ, ਮੈਨੂੰ ਵੀ ਪਤਾ ਨਹੀਂ। ਦੂਜੀ ਗੱਲ ਹੈ, ਜੇ ਤੁਸੀਂ ਸਵਾਲ ਪੁੱਛ ਹੀ ਬੈਠੇ ਹੋ ਤਾਂ ਫਿਰ ਇਸ ਨੂੰ ਵੀ ਸੁਣੋ ਬੜੇ ਧਿਆਨ ਦੇ ਨਾਲ। ਜਦੋਂ ਮੈਂ ਭੋਜਨ ਛਕਦਾ ਹਾਂ ਤਾਂ ਮੈਂ ਪਰਮਾਤਮਾ ਨੂੰ ਕਹਿਣਾ, ਐ ਪ੍ਰਭੂ ਤੂੰ ਭੋਜਨ ਦੇ ਰੂਪ ਵਿੱਚ ਮੇਰੀ ਭੁੱਖ ਮਿਟਾ ਗਿਆ, ਵਾਹ ਵਾਹ। ਜਦੋਂ ਮੈਂ ਪਾਣੀ ਪੀਣਾ ਤੇ ਪਾਣੀ ਦੇ ਰੂਪ ਵਿੱਚ ਤੂੰ ਮੇਰੀ ਪਿਆਸ ਮਿਟਾ ਗਿਆ, ਮੇਰੀ ਰਸਨਾ ਚੋਂ ਵਾਹ ਵਾਹ ਨਿਕਲਦੇ ਨੇ। ਜਦੋਂ ਮਾਂ ਆਪਣਾ ਹੱਥ ਮੇਰੇ ਸਿਰ 'ਤੇ ਰੱਖਦੀ ਹੈ ਤਾਂ ਮੈਂ ਕਹਿੰਦਾ, ਐ ਪ੍ਰਭੂ ਅੱਜ ਮਾਂ ਦੇ ਰੂਪ ਵਿੱਚ ਮੈਨੂੰ ਪਿਆਰ ਦਿੱਤਾ ਹੈ। ਪਿਤਾ ਆਪਣਾ ਹੱਥ ਮੇਰੇ ਸਿਰ 'ਤੇ, ਮੈਂ ਪ੍ਰਭੂ ਨੂੰ ਕਹਿੰਦਾ, ਐ ਮੇਰੇ ਮਾਲਕ, ਐ ਮੇਰੇ ਖੁਦਾ, ਅੱਜ ਪਿਤਾ ਦੇ ਰੂਪ ਵਿੱਚ ਮੈਨੂੰ ਆਸ਼ੀਸ਼ ਦੇ ਕੇ ਚਲਾ। ਜਦੋਂ ਹਵਾ ਦਾ ਝੋਂਕਾ ਆਉਂਦਾ ਹੈ ਮੈਂ ਰੱਬ ਨੂੰ ਕਹਿੰਦਾ, ਐ ਮੇਰੇ ਮਾਲਿਕ ਅੱਜ ਹਵਾ ਦੇ ਰੂਪ ਵਿੱਚ ਮੇਰੇ ਪਸੀਨੇ ਸੁਕਾ ਕੇ ਚਲਾ ਗਿਆ, ਵਾਹ ਵਾਹ। ਇਸ ਨੂੰ ਕਹਿੰਦੇ ਨੇ ਵਿਸਮਾਤ। ਹੈਰਾਨ ਹੋ ਜਾਣ। ਯੂਨਾਨ ਦਾ ਇੱਕ ਫਕੀਰ ਹੋਇਆ ਸੁਕਰਾਤ। ਸੁਕਰਾਤ ਅਕਸਰ ਇੱਕ ਗੱਲ ਕਹਿੰਦਾ, ਜਦੋਂ ਮੈਂ ਬੱਚਿਆਂ ਦੀ ਮਹਿਫਿਲ ਵਿੱਚ ਬੈਠਦਾ ਸੀ ਤਾਂ ਮੈਂ ਬੱਚਿਆਂ ਨੂੰ ਐਲਾਨੀਆਂ ਕਹਿੰਦਾ ਸੀ ਕਿ ਜੋ ਕੁਛ ਮੈਂ ਜਾਣਦਾ ਉਤਨਾ ਕੋਈ ਵੀ ਨਹੀਂ ਜਾਣਦਾ, ਜਿਤਨਾ ਮੈਨੂੰ ਪਤਾ ਹੈ ਉਤਨਾ ਕਿਸੇ ਨੂੰ ਵੀ ਪਤਾ ਨਹੀਂ ਹੈ, ਉਤਨਾ ਕਿਸੇ ਨੂੰ ਵੀ ਪਤਾ ਨਹੀਂ। ਫਿਰ ਮੈਂ ਜਵਾਨ ਹੋਇਆ, ਇਹ ਧਾਰਾ ਵਗਦੀ ਗਈ। ਫਿਰ ਮੈਂ ਬੱਚਿਆਂ ਦੀ ਮਹਿਫਿਲ ਵਿੱਚ ਬੈਠਣਾ ਬੰਦ ਕੀਤਾ, ਫਿਰ ਮੈਂ ਜਵਾਨਾਂ ਦੀ ਮਹਿਫਿਲ ਵਿੱਚ ਬੈਠਣਾ ਸ਼ੁਰੂ ਕੀਤਾ। ਫਿਰ ਮੈਨੂੰ ਕਹਿਣਾ ਪਿਆ ਕਿ ਕੁਝ ਐਸਾ ਵੀ ਹੈ ਜੋ ਹਾਲੇ ਮੇਰੇ ਪਕੜ ਵਿੱਚ ਨਹੀਂ ਹੈ, ਹਾਲੇ ਐਸਾ ਗਿਆਨ ਹੈ ਜੋ ਹਾਲੇ ਮੇਰੇ ਪਕੜ ਵਿੱਚ ਨਹੀਂ ਆਇਆ ਹੈ। ਕਹਿੰਦੇ ਨੇ ਫਿਰ ਮੈਂ ਜਦੋਂ ਬੁੱਢਾ ਹੋਇਆ ਅਤੇ ਬਜ਼ੁਰਗਾਂ ਦੀ ਮਹਿਫਿਲ ਵਿੱਚ ਬੈਠਣਾ ਸ਼ੁਰੂ, ਤਾਂ ਫਿਰ ਮੈਨੂੰ ਕਹਿਣਾ ਪਿਆ ਕਿ ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਕਹਿੰਦੇ ਨੇ ਜਿਸ ਦਿਨ ਮਨੁੱਖ ਕਹਿੰਦਾ ਹੈ ਮੈਨੂੰ ਕੁਛ ਨਹੀਂ ਆਉਂਦਾ, ਸਮਝ ਲੈਣਾ ਉਹ ਮਨੁੱਖ ਪਾਸੇ ਹਟ ਗਿਆ, ਉਹ ਥਾਂ ਖਾਲੀ ਹੋ ਗਈ, ਉੱਥੇ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਜਦੋਂ ਕਹਿੰਦਾ ਹੈ ਮੈਂ ਸ਼ੂਨਯ ਹਾਂ, ਜਦੋਂ ਖਾਲੀ ਹੋਇਆ ਉਸੇ ਵੇਲੇ ਭਰ ਗਿਆ। ਆਪ ਜੀ ਨੇ ਦੇਖਿਆ ਹੋਵੇਗਾ, ਕਦੇ ਖੂਹ 'ਚੋਂ ਪਾਣੀ ਕੱਢਿਆ ਹੋਵੇਗਾ ਜਾਂ ਬਾਲਟੀ ਪਾਣੀ ਦੀ ਭਰੀ ਹੋਵੇ, ਗਿਲਾਸ ਆਪ ਜੀ ਡੁਬੋ ਕੇ ਪਾਣੀ ਭਰ ਲਵੋ, ਕਦੇ ਆਪ ਜੀ ਨੂੰ ਥਾਂ ਖਾਲੀ ਨਜ਼ਰ ਨਹੀਂ ਆਏਗੀ, ਉਹ ਉਸੇ ਵੇਲੇ ਥਾਂ ਭਰ ਗਈ, ਉਸੇ ਵੇਲੇ। ਰੱਬ ਦੀ ਵੀ ਇਹੀ ਗੱਲ ਹੈ, ਤੁਸੀਂ ਖਾਲੀ ਹੋਏ ਕਿ ਉੱਥੇ ਰੱਬ ਭਰ ਗਿਆ। ਖਾਲੀ ਕਿਵੇਂ ਹੋਣਾ ਹੈ? ਕਿਹੜੀ ਚੀਜ਼ ਅੰਦਰੋਂ ਬਾਹਰ ਕੱਢਣੀ ਹੈ? ਤਾਂ ਗੁਸਤਾਖੀ ਮਾਫ, ਗੁਰਬਾਣੀ ਕਹਿੰਦੀ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ।
दोवें दा आपस विच विरोध है। अंधकार और प्रकाश दोवें कदे इकट्ठे नहीं होंदे, और परमात्मा और हंकार कदे इकट्ठा नहीं होंदा। जिथे परमात्मा होवेगा उत्थे हंकार नहीं है, जिथे हंकार है उत्थे परमात्मा नहीं है। यह भी महत करा। जिथे प्रकाश है उत्थे अंधकार नहीं होवेगा, जिथे अंधकार है उत्थे प्रकाश होवेगा ही नहीं किसी भी कीमत पे। ਇਹਦਾ एक छोटा ਜਿਹਾ उदाहरण आप जी दे मैं सामने रख, गल आप जी ਨੂੰ पकड़ विच आ जावे। एक गाथा है, हनेरा परमात्मा ਨੂੰ ਕਹਿੰਦਾ है, महाराज मैं मैनू दसो सूरज का की बिगाड़िया है, क्योंकि जिथे सूरज पहुँचता है मैनू भजना पैंदा है, उत्थों मैनू जाना पैंदा है। तो सूरज नू कहना मैं तेरा बिगाड़िया की है। परमात्मा कहता है तू एक कम करी, मैं सूरज नू भी पुछ लवां ते तू कल सूरज नू भी नाड़ लैके आना, सूरज नू भी तू कल नाड़ लैके आना। मैं दोवां नू खड़ा करके पुछांगा, सूरज नू आखांगा भई कारण की है, तू हनेरे नू भजाई फिरदा है, कारण की है। कहते ने ओ दा दिन है ते अज दा दिन है, वो अंधकार मुड़ के रब ही नहीं, सूरज नहीं सकता। सूरज नू ले जाएगा तो आप नहीं जाएगा, अंधकार नहीं जाएगा। जे अंधकार जाएगा तो सूरज नहीं जाएगा। जे आप जी कहते हो कि मैं अपना हंकार बुलंद रखा तो गुस्ताखी माफ निरंकार नहीं प्रगट होएगा। जे निरंकार नू प्रगट करना चाहते हो फिर मैं नू मिटाना पेगा, मैं नू खत्म करना। इसनू कबीर साहब इस तरह भी कहते हैं कि प्रेम गली अत संकरी, प्रेम गली दो ना समाए, एक मैं तो एक तू, दो नहीं समाते। तो मनुख कहता है मैं तो सब कुछ जानता, मन अपने सुचेत मैनू सब पता है, सब पता है मैनू। रब की है मैनू पता है, ये बरसात की है मैनू पता है, ये सूरज की है मैनू पता है, ये हवा की है मैनू सब पता है। कहते ने इहदे विच इसे हंकार दे विच मनुख दे जीवन विच विस्माद खत्म हो गया, खुशी खिडाव खत्म हो गया। फिर उसकी दशा किस तरह की होंदी है ये भी ध्यान देना। जदों किसान ने बीज बीजिया, फसल तैयार हुई, क्योंकि आप जी ने खेती बाड़ी की है नहीं की, पर मैनू पता है मैं कितने ही साल हल भी वाहुंदा रहा, कितने साल मैं खेती भी की है। मैनू गुरदेव पिता कहते सी तू खुद जाके हल वाह, जाके बीज बीजो, फसल वढ़ के भी लियाओ, गवां भी चारियां मझां भी चारियां। खैर पिता ने एक गल कह देनी कि जदों असीं फसल की वढाई करांगे, कटाई करांगे, तो जिस पौधे विच बीज ना होवे, जिस पौधे विच फुल ना होवे, जिस पौधे विच फल ना होवे, जिस पौधे विच फली ना होवे, उसनूं छड्ड देना, उत्थे छड्ड देना। तो असीं की करदे सी, जदों तिल्लां दी खेती जदों तैयार होंदी सी ते ओ फसल जदों असीं वढ़दे सी, देख लैंदे सी ये बूटा ऐसा है कि इहदे विच जो फली है वो इस तरह दी है कि उहदे विच केवल भरी हुई है, तो असीं उहनूं नहीं कटदे सी, छड्ड दिंदे सी, छड्ड दिंदे सी। उहनूं इस करके छड्ड दिंदे सी कि ये जिहड़ी स्वाह है ये तिल्लां दे विच जे मिक्स हो गई तो फिर साडी जिहड़ी फसल वो उतनी कीमत सानूं नहीं मिलेगी जितनी मिलनी चाहिए, क्योंकि तिल दागे हो जाते हैं, काले हो जाते हैं। तो जिहड़े तिल बिल्कुल चिट्टे होंदे ने, सफ़ेद होंदे ने, उन्हां दी कीमत वखरी है, जिहड़े मिक्स होंदे ने उन्हां दी कीमत घट है, उन्हां दी घट। ते असीं नहीं वटदे सी, छड्ड दिंदे सी।
ਤੇ ਫਿਰ ਕੀ ਹੁੰਦਾ ਸੀ, ਫਿਰ ਗਊਆਂ ਨੂੰ ਚਾਰਨ ਵਾਲੇ ਗਊਆਂ ਫਿਰ ਉਹ ਉਸ ਪੌਦੇ ਨੂੰ ਲਤਾੜਦੇ ਵੀ ਸੀ ਔਰ ਪਰ ਉਹ ਖਾਂਦੇ ਨਹੀਂ ਸੀ, ਕਿਉਂਕਿ ਉਹ ਪੌਦਾ ਕੌੜਾ ਹੁੰਦਾ ਹੈ, ਪਰ ਲਤਾੜਦੇ ਸੀ, ਉਸ ਨੂੰ ਲਤਾੜਦੇ ਸੀ। ਇੱਥੇ ਧਿਆਨ ਦੇਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜਿਸ ਮਨੁੱਖ ਦੇ ਜੀਵਨ ਵਿੱਚ ਪਰਮਾਤਮਾ ਨਹੀਂ ਹੈ, ਨਾਮ ਨਹੀਂ ਹੈ, ਕਿਉਂਕਿ ਨਾਮ ਤੋਂ ਭਾਵ ਯਾਦ, ਉਹਦੀ ਸਿਮਰਨ ਸਾਧਨਾ। ਜਿਸ ਮਨੁੱਖ ਦੇ ਜੀਵਨ ਵਿੱਚ ਪਰਮਾਤਮਾ ਦੀ ਯਾਦ ਨਹੀਂ ਹੈ, ਤਾਂ ਸਾਹਿਬ ਕਹਿੰਦੇ ਨੇ, ਛੁੱਟ ਬੁਆੜ ਜਿਉਂ ਜੇ ਅੰਦਰ ਖੇਤ। ਕਿਸਾਨ ਛੱਡ ਦਿੰਦਾ ਹੈ, ਗੁਰੂ ਵੀ ਛੱਡ ਦਿੰਦਾ ਉਸ ਨੂੰ। ਕਿਉਂ? ਕਿਉਂਕਿ ਤੇਰੇ ਕੋਲ ਨਾਮ ਨਹੀਂ ਹੈ, ਗੁਰੂ ਛੱਡ ਦਿੰਦਾ ਉਸ ਨੂੰ। ਗੁਰੂ ਦੀ ਤਾਂ ਗੱਲ ਇੱਕ ਬਹੁਤ ਦੂਰ ਦੀ ਹੈ। ਮੈਨੂੰ ਇੱਕ ਛੋਟੀ ਜਿਹੀ ਗੱਲ, ਇਤਿਹਾਸ ਦੀ ਗੱਲ ਯਾਦ ਆ ਗਈ, ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਇੱਕ ਗੱਲ ਹੈ ਜਗਨਨਾਥਪੁਰੀ ਦੀ। ਜਗਨਨਾਥਪੁਰੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਰਿਆ ਦੇ ਕਿਨਾਰੇ ਬੈਠ ਕੇ ਭਾਈ ਸਾਹਿਬ ਨੂੰ, ਭਾਈ ਮਰਦਾਨੇ ਨੂੰ ਕਹਿ ਰਹੇ ਨੇ, ਭਾਈ ਸਾਹਿਬ ਰਬਾਬ ਛੇੜ, ਕੀਰਤਨ ਕਰਨਾ ਹੈ। ਕੀਰਤਨ ਸ਼ੁਰੂ ਹੋਇਆ। ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਮੈਂ ਇੱਕ ਅਜੀਬ ਖੇਡ ਵੇਖੀ ਹੈ, ਅਜੀਬ ਕੌਤਕ ਵੇਖਿਆ। ਅਜੀਬ? ਹਾਂ ਦੱਸੋ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਇਸ ਦਰਿਆ ਦੇ ਵਿੱਚੋਂ ਇੱਕ ਐਸੀ ਲਹਿਰ ਆਈ, ਉਸ ਲਹਿਰ ਦੇ ਨਾਲ ਇੱਕ ਮੁਰਦੇ ਦਾ ਸਰੀਰ ਕਿਨਾਰੇ ਤੇ ਪੈ ਗਿਆ ਹੈ ਦਰਿਆ ਦੇ, ਔਰ ਫਿਰ ਉਸ ਸਰੀਰ ਤੇ ਇੱਕ ਬਗਿਆੜ ਦੀ ਨਿਗਾਹ ਪੈ ਗਈ ਹੈ। ਉਹ ਬਗਿਆੜ ਭੱਜਦਾ ਹੋਇਆ ਆਇਆ ਹੈ, ਭੁੱਖਾ ਸੀ, ਭੱਜਦਾ ਹੋਇਆ ਆਇਆ। ਪਰ ਉਸ ਨੇ ਕੀ ਕੀਤਾ, ਉਸ ਮ੍ਰਿਤਕ ਸਰੀਰ ਨੂੰ ਦੇਖਿਆ, ਕਦੇ ਹੱਥਾਂ ਵੱਲ ਦੇਖਦਾ ਹੈ, ਕਦੇ ਪੈਰਾਂ ਵੱਲ ਦੇਖਦਾ ਹੈ, ਕਦੇ ਮੱਥੇ ਵੱਲ ਦੇਖਦਾ ਹੈ, ਕਦੇ ਕੁਝ ਸੂੰਘਦਾ ਹੈ, ਔਰ ਇਸ ਤਰ੍ਹਾਂ ਕਰਕੇ ਫਿਰ ਚਲਾ ਜਾਂਦਾ ਹੈ। ਭੁੱਖ ਲੱਗੀ ਹੋਵੇ ਪਰ ਖਾਵੇ ਤਾਂ ਕੁਝ ਨਾ ਕੁਝ ਗੱਲ ਜ਼ਰੂਰ ਹੈ, ਕਿਉਂਕਿ ਭੁੱਖ ਲੱਗੀ ਹੋਵੇ, ਕਈ ਵਾਰ ਬਾਸੀ ਖਾਣਾ ਵੀ ਖਾ ਲੈਂਦੇ ਆ, ਭੁੱਖ ਲੱਗੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹ ਜੋ ਕੀਰਤਨ ਹੈ, ਕਿਧਰੇ ਇਹ ਨਾ ਸਮਝ ਲੈਣਾ ਕਿ ਇਹ ਕੀਰਤਨ ਕੇਵਲ ਤੇ ਕੇਵਲ ਮਨੁੱਖ ਹੀ ਸੁਣਦੇ ਨੇ। ਨਹੀਂ, ਇਹ ਗੁਰੂ ਦਾ ਕੀਰਤਨ ਨਿਰੰਕਾਰੀ ਬੋਲ, ਇਹ ਉਹ ਰੂਹਾਂ ਵੀ ਸੁਣਦੀਆਂ ਨੇ ਜਿਨ੍ਹਾਂ ਰੂਹਾਂ ਕੋਲ ਹਾਲੇ ਤਨ ਨਹੀਂ ਹੈ, ਜਿਨ੍ਹਾਂ ਰੂਹਾਂ ਦੇ ਕੋਲ ਹਾਲੇ ਪੂਰਨ ਤੌਰ 'ਤੇ ਬੁੱਧੀ ਵਿਕਸਿਤ ਨਹੀਂ ਹੋਈ ਹੈ, ਉਹ ਵੀ ਸੁਣਦੇ ਨੇ। ਪਸ਼ੂ ਵੀ ਸੁਣਦੇ ਨੇ, ਪੰਛੀ ਵੀ ਸੁਣਦੇ ਨੇ, ਉਹਨਾਂ ਦੇ ਕੰਨਾਂ ਵਿੱਚ ਵੀ ਧੁਨ ਪਹੁੰਚਦੀ ਹੈ, ਔਰ ਜਦੋਂ ਧੁਨ ਪਹੁੰਚਦੀ ਹੈ ਉਹ ਵੀ ਸੁੰਨ ਅਵਸਥਾ ਵਿੱਚ ਚਲੇ ਜਾਂਦੇ ਨੇ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਪਾਈ ਹੈ। ਤੋ ਅਸੀਂ ਇਸ ਨੂੰ ਖਾਣ ਵਾਲੇ ਬੋਲ ਇਹਦੇ ਕੰਨਾਂ ਵਿੱਚ, ਤਾਂ ਇਸ ਨੂੰ ਇੱਕ ਤੇ ਆ ਗਈ ਕਿ ਮੈਂ ਜਿਸ ਸਰੀਰ ਨੂੰ ਖਾਣ ਜਾ ਰਿਹਾ, ਇਸ ਸਰੀਰ ਨੇ ਕਦੇ ਨਾਮ ਵੀ ਜਪਿਆ ਕਿ ਨਹੀਂ ਜਪਿਆ ਹੈ, ਇਸ ਸਰੀਰ ਨੇ ਕਦੇ ਸੇਵਾ ਵੀ ਕੀਤੀ ਹੈ ਕਿ ਨਹੀਂ ਕੀਤੀ ਹੈ, ਇਹ ਸਰੀਰ ਕਿਧਰੇ ਸਤ ਸੰਗਤ ਵਿੱਚ ਗਿਆ ਵੀ ਹੈ ਕਿ ਨਹੀਂ ਗਿਆ। ਤੇ ਪੈਰਾਂ ਨੂੰ ਇਸ ਕਰਕੇ ਸੁੰਘਿਆ, ਕਿਧਰੇ ਇਹ ਪੈਰ ਇਸ ਦੇਹੀ ਨੂੰ ਸੰਗਤ ਵਿੱਚ ਲੈ ਗਏ ਹੋਣ, ਪਰ ਨਹੀਂ। ਇਹਨਾਂ ਹੱਥਾਂ ਨਾਲ ਕਦੇ ਇਸ ਨੇ ਸੇਵਾ ਕੀਤੀ ਹੋਵੇ, ਪਰ ਬਗਿਆੜ ਨੂੰ ਇਹਦੀ ਵੀ ਸਮਝ ਆ ਗਈ ਕਿ ਨਹੀਂ, ਇਸ ਨੇ ਸੇਵਾ ਵੀ ਨਹੀਂ ਕੀਤੀ ਹੈ। ਇਸ ਤੇ ਮੱਥੇ ਨੂੰ ਸੁੰਘਿਆ ਇਸ ਕਰਕੇ ਕਿ ਕਿਸੇ ਸੰਤ ਮਹਾਂਪੁਰਖਾਂ ਤੇ ਝੁਕਿਆ ਹੋਵੇ। ਕਈ ਵਾਰੀ ਕੀ ਹੁੰਦਾ ਹੈ, ਹੰਕਾਰੀ नहीं झुकता। तो मैं कई बार कहना कि झुकता वही है जिसमें जान है, अकड़ तो की पहचान है। अकड़ गया जिहड़ा झुकदा है, समझ लेना उहदे विच जान है।
और गुरु साहिब का जो घर है, इत्थे झुकना ही कबूल है, झुकना ही परवान। इत्थे अहंकार कबूल नहीं है, परवान नहीं है अहंकार। झुकना पड़ेगा, अज नहीं कल, कल नहीं परसों, अहंकार न मिटाना पड़ेगा। तो गुरु नानक साहिब महाराज कहन लगे, इहदा सारा शरीर जिहड़ा है वो अपवित्र है, इस करके इहनूं छड्ड के चला गया, क्योंकि इसने नाम नहीं जपिया। नानक गुरु न चेतनी, मन अपने सुचेत। अपने आप नूं कहंदा मैं सब कुछ जानदा, मैनूं लोड़ की है गुरु की भगती करन दी, लोड़ की है। एक गल मैं होर जोड़ दवां इहदे नाल, आप जी कितने ही संत बन जाओ, कितने ही ब्रह्म ज्ञानी बन जाओ, कितने ही उच्ची अवस्था के मालिक बन जाओ, पाठ तां भी करना, सिमरन तां भी करना, इबादत तां भी करनी है। बेशक मंजिले मकसूद ते पहुँच जाओ, जदों की लोड़ नहीं होंदी, जदों पहुँच गया लोड़ नहीं होंदी। आप जी ने कहना, ज्ञानी जी जदों लोड़ ही नहीं है तो फिर पाठ क्यों करिए? जदों असीं पहुँच ही गए, पाठ सिमरन क्यों करिए, साधना क्यों करिए? ते वाकई आप जी नूं तां लोड़ नहीं, पर आप जी दूजे आप जी नूं देख के पहुंचिया होया है, पर फिर भी जप रहा है, फिर भी बाणी पढ़दा पिया है। तो तिना दे चाओ उठन दा। मैं अर्ज कर रहा सी, जिसने गुरु नूं छड्ड दे बैठे, साहिब कहंदे ने, फिर छुट्टे तिल बुआड़ ज्यों सुन्ने अंदर खेत, खेते अंदर छुटिया कहो नानक सौ नहा। इस पंक्ति नूं बड़े बरीक बुद्धि नाल सुनना समझना। जिहड़ा बूटा खेतां विच अकेला रह गया, उसनों गौ भी लताड़दी है, मझ भी लताड़दी है, बंदे भी लताड़ते हैं। जिहड़ा आएगा लताड़ेगा, जिहड़ा आएगा लताड़ेगा, जिहड़ा आएगा लताड़ेगा। की करोगे? क्योंकि वो मालिक दे घर नहीं पहुँचिया, वो गोदाम दे विच नहीं पहुँचिया, वो लताड़िया जा रहा है। जिहड़ा मनुख गुरु दे खजाने विच नहीं गया, जिहड़ा मनुख जिहड़ी रूह गुरु दे गोलक विच नहीं गई, गुरु दे गोदाम विच नहीं गई, गुरु दे घर विच कबूल नहीं होई, उस रूह नूं लताड़िया जाता है भूतां प्रेतां दे राहीं, पैड़ियां रूहां दे राहीं। इहदा मैं एक जिंदा सबूत आप जी दे सामने रखा। मैनू एक मनुख कहंदा है, ज्ञानी जी धन गुरु ग्रंथ साहिब दा प्रकाश कीता होया है घर विच, तां भी कपड़ियां नूं अग लग जाती है। गुरु ग्रंथ साहिब दे विच प्रकाश कीता होया है, तां भी खून दे छिट्टे पै जांदे ने घर। गुरु ग्रंथ पे पे नोट लग गई, देखिया वाकई ही नोट सड़े, रखे किथे सी? अलमारी विच। कहन लगे, ज्ञानी जी ये गल समझ नहीं आती, गुरु ग्रंथ साहिब का प्रकाश भी किया होया है और ये भी एक ही हो रहा है, एक ही हो रहा है। मैं उसने एक गल पूछी, बहुत कीमती गल, क्योंकि एक छोटे जे बच्चे नूं जो मैनू गल आखी, तो वो गल मैं आप जी दे सामने रखना। फिर मैं जिक्र करांगा जो गुरमुख प्रेमी ने सवाल किया सी, कुंडली की है, विस्तार दे नाल आपां फिर कल चर्चा करांगे। क्योंकि जिहड़े 6 चक्र होंदे ने वो किस तरह काम करते हैं शरीर विच, जिस चक्र तो मुक्ति मिल जाती है, मनुख दे अंदर किहड़ा विकार खत्म हो जाता है, वो भी मैं करांगा। एक बच्चा कहता है मैनू, ज्ञानी जी एक गल दसो, आप जी की उम्र कितनी है? मैं क्या मेरी उम्र है 57। कहने लगे मेरे दादाजी की उम्र भी 57 है, वो भी 57। मैनू एक गल तुसीं समझाओगे, मैं किस आधार पर उसनों मैं दादा जी कहां? उम्र के हिसाब के नाल जां बुद्धि के हिसाब के नाल? चंगी गल।
ਬੱਚੇ ਨੇ, ਛੋਟਾ ਜਿਹਾ ਬੱਚਾ, ਉਮਰ ਦੇ ਹਿਸਾਬ ਦੇ ਨਾਲ ਉਹਨੂੰ ਮੈਂ ਜਾਂ ਬੌਧਿਕਤਾ, ਮੈਂ ਉਸ ਨੂੰ ਕਿਹਾ ਪੁੱਤਰ ਮੈਂ ਤੈਨੂੰ ਹਾਲੇ ਜਵਾਬ ਨਹੀਂ ਦਿਆਂਗਾ, ਪਹਿਲਾਂ ਤੂੰ ਕਹਿਣ ਲੱਗੇ ਪੁੱਛੋ। ਮੈਂ ਕਿਹਾ ਤੂੰ ਦਾੜੀ ਕੋਈ ਰੀਜਨ? ਕਹਿੰਦਾ ਪਾਪਾ ਨੂੰ ਦੇਖ ਕੇ। ਮੈਂ ਕਿਹਾ ਪਾਪਾ ਨੇ ਕਿਉਂ ਕੱਟੀ ਹੈ? ਕਹਿੰਦਾ ਦਾਦੇ ਨੂੰ ਵੇਖ ਕੇ, ਦਾਦੇ ਨੂੰ ਵੇਖ ਕੇ। ਪੁੱਤਰ ਨੇ ਵੇਖਿਆ ਮੇਰਾ ਬਾਪੂ ਦਾੜੀ ਕੱਟਦਾ ਪਿਆ ਹੈ, ਬਾਪੂ ਨੇ ਵੇਖਿਆ ਮੇਰਾ ਬਾਪੂ ਦਾੜੀ ਕੱਟਦਾ ਪਿਆ ਹੈ, ਇਸ ਕਰਕੇ ਮੈਂ ਕੱਟ ਰਿਹਾ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਕੀਤਾ ਹੋਇਆ, ਔਰ ਇੱਕ ਪਾਸੇ ਪੂਰੀ ਅਲਮਾਰੀ ਸਜਾਈ ਹੋਈ ਹੈ, ਉਹਦੇ ਵਿੱਚ 50,000 ਦੀ ਵੀ ਬੋਟਲ ਹੈ, 1 ਲੱਖ ਦੀ ਵੀ ਬੋਟਲ ਹੈ, 1.5 ਲੱਖ ਦੀ ਵੀ ਬੋਟਲ ਹੈ, ਉਹਦੇ ਵਿੱਚ ਹੀ ਹੈ। ਤੇ ਫਿਰ ਉਹ ਮਾਂ ਵੀ ਪੀਂਦੀ ਹੈ ਤੇ ਪਿਓ ਵੀ ਪੀਂਦਾ ਹੈ ਤੇ ਬੱਚੇ ਵੀ ਪੀਂਦੇ ਨੇ। ਤੇ ਉਹ ਮਾਂ ਆ ਕੇ ਮੈਨੂੰ ਕੀ ਕਹਿੰਦੀ ਹੈ, ਗਿਆਨੀ ਜੀ ਤੁਸੀਂ ਆਏ ਹੋ ਬੜੀ ਮੁਸ਼ਕਲ ਦੇ ਨਾਲ, ਧਿਆਨ ਦੇ ਨਾਲ ਸੁਣਨਾ, ਤੁਸੀਂ ਆਏ ਹੋ ਬੜੇ ਮੁਸ਼ਕਲ ਦੇ ਨਾਲ, ਤੁਸੀਂ ਜਾਂਦੇ ਜਾਂਦੇ ਇੱਕ ਅਰਦਾਸ ਕਰਕੇ ਜਾਣਾ, ਇਹ ਅਲਮਾਰੀ ਕਦੇ ਖਾਲੀ ਨਾ ਹੋਵੇ ਜਿਹਦੇ 'ਚ ਬੋਤਲਾਂ ਭਰੀਆਂ ਹੋਈਆਂ ਨੇ। ਅਰਦਾਸ ਕਰਦੇ ਜਾਣਾ, ਅਰਦਾਸ ਕਰਕੇ ਜਾਣਾ, ਇਹ ਕਦੇ ਖਾਲੀ ਨਾ ਹੋਵੇ। ਮੈਂ ਕਿਹਾ ਹੱਦ ਹੋ ਗਈ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ, ਛੋਟੇ ਬੱਚੇ ਨੂੰ, ਇੱਕ ਗੱਲ ਦੱਸੋ ਮੈਨੂੰ, ਇਹ ਜਿਹੜੀ ਅਲਮਾਰੀ ਭਰੀ ਪਈ ਹੋਈ ਹੈ, ਇਹਦੇ ਵਿੱਚ 1 ਲੱਖ ਦੀ ਬੋਟਲ ਕਿਹੜੀ ਥਾਂ ਤੇ ਪਈ? ਗਿਆਨੀ ਜੀ ਉਹਦਾ ਇਹ ਨਾਮ ਹੈ। ਜਿਹੜੀ 2 ਲੱਖ ਦੀ ਹੈ, ਕਹਿਣ ਲੱਗੀ ਵਿੱਚ ਪਈ ਹੈ। ਮੈਂ ਕਿਹਾ ਬੇਟਾ ਮੈਨੂੰ ਇੱਕ ਗੱਲ ਦੱਸ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ? ਕਹਿਣ ਲੱਗੇ ਹਾਂਜੀ ਕੀਤਾ। ਮੈਂ ਕਿਹਾ ਜਪਜੀ ਸਾਹਿਬ ਕਿਹੜੇ ਅੰਗ ਤੇ ਹੈ? ਧਿਆਨ ਦੇਣਾ, ਜਪਜੀ ਸਾਹਿਬ ਕਿਹੜੇ ਅੰਗ ਤੇ ਹੈ? ਉਹ ਕਹਿੰਦਾ ਗਿਆਨੀ ਜੀ ਉਹ ਤਾਂ ਪਤਾ ਨਹੀਂ ਮੈਨੂੰ, ਜਪਜੀ ਸਾਹਿਬ ਕਿਹੜੇ ਅੰਗ ਤੇ ਹੈ? ਘਰ ਵਿੱਚ ਪ੍ਰਕਾਸ਼ ਕੀਤਾ ਹੋਇਆ ਹੈ, ਜਪਜੀ ਸਾਹਿਬ ਦਾ ਪਤਾ ਨਹੀਂ ਹੈ। ਲੱਖ ਵਾਲੀ ਬੋਟਲ ਕਿੱਥੇ ਰੱਖੀ ਉਹਦਾ ਹੀ ਸਮਝ ਹੈ, ਉਹਦਾ ਪਤਾ ਹੈ। ਜਦੋਂ ਅਸੀਂ ਗੁਰੂ ਤੋਂ ਬੇਮੁਖ ਹੋ ਗਏ, ਸਾਹਿਬ ਕਹਿੰਦੇ ਨੇ ਫਿਰ 100 ਉਹਦੇ ਮਾਲਿਕ ਹੋ ਜਾਂਦੇ ਨੇ, ਲਤਾੜਦੇ ਨੇ। ਫਿਰ ਜਿਤਨੇ ਤਾਰੇ ਸਿਤਾਰੇ ਗ੍ਰਹਿ ਨਛੱਤਰ ਸਾਰੇ ਲਤਾੜਦੇ ਨੇ ਉਹਨੂੰ, ਫਿਰ ਸਾਰੇ ਦੇ ਸਾਰੇ। ਔਰ ਜਿਹੜਾ ਗੁਰੂ ਨਾਲ ਜੁੜ ਗਿਆ, ਫਿਰ ਕੋਈ ਤਾਰੇ ਸਿਤਾਰੇ ਨਛੱਤਰ ਗ੍ਰਹਿ ਆਪ ਜੀ ਦਾ ਕੋਈ ਵੀ ਨਹੀਂ ਵਿਗਾੜੇਗਾ, ਕਿਉਂਕਿ ਆਪ ਜੀ ਗੁਰੂ ਨਾਲ ਜੁੜ ਗਏ। ਇੱਕ ਮੈਨੂੰ ਇਹ ਸਵਾਲ ਕੀਤਾ, ਗਿਆਨੀ ਜੀ ਇੱਕ ਗੱਲ ਦੱਸੋ, ਜਿਹੜੇ ਮਨੁੱਖ ਗੁਰੂ ਦੀ ਬੰਦਗੀ ਨਹੀਂ ਕਰਦੇ, ਫਿਰ ਉਹ ਫਲਦੇ ਫੁੱਲਦੇ ਕਿਉਂ ਹਨ? ਫਲੀ ਜਾ ਰਹੇ ਨੇ। ਅਸੀਂ ਰੋਜ਼ ਗੁਰਦੁਆਰੇ ਜਾਂਦੇ ਹਾਂ, ਰੋਜ਼ ਪਾਠ ਕਰਦੇ ਹਾਂ, ਫਲਾਣੇ ਮਨੁੱਖ ਨੂੰ ਦੇਖੀਏ ਕਦੇ ਗੁਰਦੁਆਰੇ ਨਹੀਂ ਜਾਂਦਾ, ਫਲਦਾ ਫੁੱਲਦਾ ਜਾ ਰਿਹਾ ਹੈ, ਦੌਲਤ ਵੀ ਹੈ, ਸ਼ੌਹਰਤ ਵੀ ਹੈ, ਧੀਆਂ ਪੁੱਤਰਾਂ ਦੀ ਹੈ, ਅਸੀਂ ਭੁੱਖੇ ਮਰਦੇ ਪਏ। ਮੈਂ ਕਿਹਾ ਫਿਰ ਫੁੱਲ ਕਰ ਲੈ, ਫਲੀ ਹੈ ਫੁੱਲੀ ਹੈ ਬੱਪੜੇ, ਉਹ ਜਿਹੜੇ ਫਲਦੇ ਵੀ ਪਏ ਨੇ, ਦੌਲਤ ਦੇ ਢੇਰ ਵੀ ਲੱਗੇ ਪਏ ਨੇ, ਲੇਕਿਨ ਕਦੇ ਗੌਰ ਮੁਤਾਲਾ ਕਰਨਾ ਕਿ ਉਹਨਾਂ ਦੇ ਵਿੱਚ ਸਵਾ ਭਰੀ ਹੋਈ ਹੈ, ਕਾਲਖ ਭਰੀ ਹੋਈ, ਸਵਾ ਭਰੀ ਹੋਈ ਹੈ। ਸੰਤ ਸਿੰਘ ਮਸ਼ਕੀਨ ਇੱਕ ਗੱਲ ਕਹਿੰਦੇ ਸੀ, ਜਿਹੜੇ ਗੁਰੂ ਨਾਲੋਂ ਟੁੱਟੇ ਹੁੰਦੇ ਨੇ ਉਹ ਆਪ ਵੀ ਹੰਕਾਰੀ, ਉਹਦੇ ਪੁੱਤਰ ਵੀ ਹੰਕਾਰੀ, ਉਹਦਾ ਪਰਿਵਾਰ ਵੀ ਹੰਕਾਰੀ। ਗਰਜ ਕੇ ਮੈਂ ਅੱਜ ਕਰਾਂ ਤਾਂ ਸਾਰਾ ਹੀ ਪਰਿਵਾਰ ਕੁਟੁੰਬ ਹੰਕਾਰੀ ਹੈ। ਗੱਲ ਕਿੱਥੇ ਬਣੇਗੀ? ਹੁਣ ਉਸ ਅਵਸਥਾ ਤੱਕ ਪਹੁੰਚਣਾ ਥੋੜ੍ਹਾ ਜਿਹਾ ਇਹ ਬਹੁਤ ਬਰੀਕ ਬੁੱਧੀ ਮੰਗਦਾ ਹੈ। ਆਪ ਜੀ ਦਾ ਜੋ ਸਰੀਰ ਹੈ, ਜੋ ਮੇਰਾ ਸਰੀਰ ਹੈ, ਜੋ ਸਾਰਿਆਂ ਦਾ ਸਰੀਰ ਹੈ, ਸਰੀਰ ਦੇ ਵਿੱਚ ਜਿਹੜੀ ਇੱਕ ਕੁੰਡਲੀ ਹੈ, ਉਸ ਕੁੰਡਲੀ ਦਾ ਜਾਗਰਣ ਹੋ ਜਾਣਾ, ਉਸ ਨੂੰ ਕਹਿੰਦੇ ਨੇ ਇਹ ਹੁਣ ਸੰਤ ਹੋ ਗਿਆ ਹੈ, ਇਹਦੀ ਕੁੰਡਲੀ ਜਗ ਪਈ ਹੈ। ਕੁੰਡਲੀ ਨਾਮ ਕਿਉਂ ਹੈ? ਕਿਉਂਕਿ ਕੁੰਡਲੀ ਸ਼ਬਦ ਬਣਿਆ ਹੈ ਕੁੰਡ ਤੋਂ। ਅੰਮ੍ਰਿਤ ਦਾ ਵੀ ਕੁੰਡ ਹੈ, ਜ਼ਹਿਰ ਦਾ ਵੀ ਕੁੰਡ ਹੈ, ਤਾਂ ਸਾਡੇ ਸਰੀਰ ਦੇ ਵਿੱਚ ਊਰਜਾ ਦਾ ਕੁੰਡ ਹੈ, ਜਿੱਥੇ ਪੂਰੀ ਊਰਜਾ ਹੈ। ਤੇ ਊਰਜਾ ਇਸ ਤਰ੍ਹਾਂ ਦੀ ਹੈ
कि जिवें कुंडली, जिवें सप बैठा हुंदा है कुंडली मार के, वो ऊर्जा है। उस ऊर्जा नूं जगाना है, जगाना है। वो जिहड़ी ऊर्जा है ਉਹਦੀ ਬਹੁਤੀ ਸੰਭਾਵਨਾ ਤਾਂ ਇਹ ਹੁੰਦੀ ਹੈ कि दो दिशावां होंदियां ने उस ऊर्जा की बहन की। जदों वो ऊर्जा ऊपर बहती होवे ते मनुख ध्यानी बनता है, और जे उही ऊर्जा मनुख के शरीर के नाभि तो थले गुजरती है वो मनुख कामी बनता है। फिर ऊर्जा इको ही है, उही ऊर्जा राम बनती है, उही ऊर्जा काम बनती है, ऊर्जा इको ही है। तो जिहड़े संत हैं उस ऊर्जा नूं उपर लियाते हैं, उस कुंडली नूं, और जिहड़े संसारी हैं उन्हां दी ऊर्जा फिर नीचे ही उतरदी, वो फिर कामी बन जाते हैं। साडा जिहड़ा शरीर है, इस शरीर नूं कहंदे ने भौतिक शरीर। इहदे अंदर 6 शरीर होर ने, पर वो पकड़ विच नहीं आते, दिसण विच नहीं आते। मैं थोड़ा थोड़ा उन्हां दा जिक्र करां कि किस किस शरीर दे विच की कुछ मिलता है। जन्म तो लैके 6 साल तक भौतिक शरीर ये तैयार होता है। जदों भौतिक शरीर तैयार हो गया, फिर असी कहते हैं तू स्कूल जाओ, स्कूल जा। 6 साल तो बाद फिर अगां 6 साल, ये जो 12 साल का वक्त होता है, ये विच फिर चलता है भाव शरीर। ये भावना पैदा होती है, एक दूजे के प्रति मोहब्बत पैदा होती है। और गुस्ताखी माफ ये भी गल मैंने कहन देना कि 12 साल की उम्र तक अजकल बच्चों के भी बच्चे हो जाते हैं, गुस्ताखी माफ, क्योंकि भाव शरीर ये जवान हो गया है। 12 साल का बच्चा उसनों भी बच्चा हो रहा है। 12 साल 18 साल तक की उम्र विच तीजा शरीर जिसनों कहते हैं सूक्ष्म शरीर, मन, वो मन है। और इसे करके अजोके समय विच किया जाता है कि वोट देने का अधिकार केवल उसनों है जो जिहदी उम्र 18 साल है। 18 साल, क्योंकि वह सूक्ष्म शरीर तैयार हो गया, बौद्धिक तल वह तैयार है। ये तीजा शरीर है। हुण 3 शरीरां तक असी पहुँच गए हैं। सानू मिल गया, साडे कोल भाव का शरीर भी अंदर है, बौद्धिक शरीर भी है, असी तर्क वितर्क भी कर सकते हैं। शरीरां की समझ सारियां नूं है। लेकिन जिहड़ा चौथा शरीर है उसकी समझ हर एक नूं नहीं है, उसनूं मनस शरीर। मैं ज़्यादा गहराई विच ना जावां, थोड़ा जिहा समझना। इस शरीर नूं कहंदे ने मनस शरीर। आप जी टैली करते जाना कि आप जी दे विचों किहड़ा किस शरीर ते बैठा हुआ है। पहले शरीर विच केवल ते केवल खाण की तलब रहिंदी है। कई सारी जिंदगी भावें 80 साल के हो जाते हैं, पर बुद्धि उन्हां दी चेतना 6 साल खाना है, खाना ही खाना है, खाना है। कई 12 साल तक दे बन के रह जाते हैं, उम्र 20 साल की हो जाए। मैं कह के गल कथा की समाप्ति। जिहड़ा मनस शरीर है, ਇਹਦੇ ਵਿੱਚ ਮਨੁੱਖ ਨੂੰ ਝਲਕਾਂ ਮਿਲਦੀਆਂ ਨੇ। ਕੱਲ ਕੀ ਹੋਏਗਾ, ਪਰਸੋਂ ਕੀ ਹੋਏਗਾ, ਇਸ ਨੂੰ ਸੁਪਨ ਝਲਕ ਵੀ ਕਹਿੰਦੇ ਨੇ। ਇਹ ਸ਼ਰੀਰ ਚੌਥਾ। ਜਿਹੜਾ 5ਵਾਂ ਸ਼ਰੀਰ ਹੈ, ਇਸ ਨੂੰ ਕਹਿੰਦੇ ਨੇ ਆਤਮਿਕ ਸ਼ਰੀਰ। ਜਿਹੜਾ 6ਵਾਂ ਸ਼ਰੀਰ ਹੈ, ਇਸ ਨੂੰ ਕਹਿੰਦੇ ਨੇ ਬ੍ਰਹਮ ਸ਼ਰੀਰ। ਔਰ ਜਿਹੜਾ 7ਵਾਂ ਸ਼ਰੀਰ ਹੈ, ਇਸ ਨੂੰ ਕਹਿੰਦੇ ਨੇ ਸ਼ੂन्य ਸ਼ਰੀਰ। ਇੱਥੇ ਮਨੁੱਖ ਪਹੁੰਚ ਗਿਆ। ਫਿਰ ਬਹੁਰ ਨਾ ਭੌਜਲ ਫੇਰਾ। ਇਹਨਾਂ ਦੀ ਵਿਚਾਰ ਹੋਰ ਵਿਸਤਾਰ ਦੇ ਨਾਲ ਫਿਰ ਮੈਂ ਕੱਲ ਕਰਾਂਗਾ। गुरु रहमतां करन, वध चढ़ के हाज़री भरन दी कृपालता करनी, भुल्लां चुकां दी खिमा। वाहिगुरु जी का खालसा, वाहिगुरु जी की फतेह।